ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਵਿਨੋਦ ਜੋ ਲੰਡਨ ਇੰਗਲੈਂਡ ਵਿੱਚ ਰਹਿੰਦਾ ਹਾਂ। ਆਪ ਜੀ ਦੇ ਲਈ ਪੂਜਯ ਮਨੀਰ ਸਾਹਿਬ ਜੀ ਦੇ ਅਨਮੋਲ ਵਚਨ ਲੈ ਕੇ ਹਾਜ਼ਰ ਹੋਇਆ ਹਾਂ। ਬੇਨਤੀ ਹੈ ਕਿ ਜੋ ਕੋਈ ਵੀ ਪ੍ਰੇਮੀ ਇਹਨਾਂ ਵਚਨਾਂ ਨੂੰ ਸੁਣੇ ਅਤੇ ਕੋਸ਼ਿਸ਼ ਕਰਕੇ ਇਹਨਾਂ ਵਚਨਾਂ ਤੋਂ ਲਾਭ ਉਠਾਵੇ। ਤਾਂ ਸਾਧ ਸੰਗਤ ਜੀ, ਪੇਸ਼ ਹਨ ਪੂਜਯ ਮਨੀਰ ਸਾਹਿਬ ਜੀ ਦੇ ਅਨਮੋਲ ਵਚਨ। ਅਤੇ ਅੱਜ ਕੱਲ੍ਹ ਤੋਂ ਅੱਗੇ ਵਚਨ ਨੰਬਰ 508। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਪੂਜਯ ਮਨੀਰ ਸਾਹਿਬ ਜੀ ਨੇ ਫਰਮਾਇਆ, ਕੁੱਕਿਆਂ ਵਾਲੀ ਪਿੰਡ ਦੇ ਡਾਕਟਰ ਜੋਗਿੰਦਰ ਸਿੰਘ ਦੀ ਪਿਛਲੇ ਜਨਮ ਦੀ ਗੱਲ ਦੱਸੀ। ਜੋ ਦਾਦਾ ਸੀ, ਹੁਣ ਘਰ 'ਚ ਹੀ ਉਸ ਦਾ ਪੋਤਾ ਬਣ ਕੇ ਆਇਆ ਹੈ। ਅਤੇ ਫਿਰ ਕੁੱਕਿਆਂ ਵਾਲੇ ਤੋਂ ਹੀ ਸੇਠ ਬੰਸੀ ਲਾਲ ਨੇ ਆਪਣੀ ਪੋਤੀ ਦੀ ਗੱਲ ਸੁਣਾਈ ਕਿ ਮੇਰੀ ਪੋਤੀ ਕਹਿੰਦੀ ਹੈ ਕਿ ਮੈਂ ਬਾਗੜ 'ਚੋਂ ਆਈ ਹਾਂ ਅਤੇ ਕਹਿੰਦੀ ਹੈ ਕਿ ਮੈਨੂੰ ਬਾਬਾ ਮਸਤਾਨਾ ਜੀ ਨੇ ਭੇਜਿਆ ਹੈ ਕਿ ਡੇਰੇ ਲੰਗਰ 'ਚ ਜਾ ਕੇ ਰੋਟੀਆਂ ਬਣਾਇਆ ਕਰ। ਲੜਕੀ ਕਹਿੰਦੀ ਕਿ ਪਿਛਲੇ ਜਨਮ 'ਚ ਸਾਡੇ ਖੇਤ 'ਚ ਸਾਡਾ ਝੋਂਪੜਾ ਸੀ। ਜਦੋਂ ਮੀਂਹ ਆਉਂਦਾ ਸੀ ਤਾਂ ਅਸੀਂ ਝੋਂਪੜੇ ਵਿੱਚ ਵੜ ਜਾਂਦੇ ਸੀ। ਤਾਂ ਬੰਸੀ ਲਾਲ ਨੇ ਦੱਸਿਆ ਕਿ ਲੜਕੀ ਪਿਛਲੇ ਜਨਮ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਦੱਸਦੀ ਹੈ। ਤਾਂ ਪੂਜਯ ਮਨੀਰ ਸਾਹਿਬ ਜੀ ਫਰਮਾਇਆ, ਲੋਕ ਕਹਿੰਦੇ ਨੇ ਕਿ ਭਜਨ ਦੀ ਲੋੜ ਹੀ ਨਹੀਂ, ਫਿਰ ਦੁਨੀਆ ਚੱਕਰ 'ਚ ਕਿਉਂ ਫਿਰਦੀ ਹੈ। ਅਤੇ ਫਿਰ ਫਰਮਾਇਆ, ਇੰਨਾ ਜ਼ਰੂਰ ਹੈ ਕਿ ਜਿਨ੍ਹਾਂ ਨੂੰ ਇੱਕ ਵਾਰੀ ਨਾਮ ਮਿਲ ਗਿਆ ਹੈ ਉਸ ਨੂੰ ਸਤਿਗੁਰ ਛੱਡਦਾ ਨਹੀਂ, ਕੋਰਸ ਤਾਂ ਕਰਨਾ ਹੀ ਪੈਂਦਾ ਹੈ। ਅਤੇ ਫਿਰ ਫਰਮਾਇਆ, ਸੰਤਾਂ ਕੋਲ ਬਗੈਰ ਨਸੀਬ ਕੋਈ ਜੀਵ ਨਹੀਂ ਆ ਸਕਦਾ। ਜਦੋਂ ਟਾਈਮ ਆਉਂਦਾ ਹੈ ਤਾਂ 1 ਮਿੰਟ ਨਹੀਂ ਲੱਗਦਾ। ਅਤੇ ਫਿਰ ਅੱਗੇ ਆਪ ਜੀ ਨੇ ਫਰਮਾਇਆ ਕਿ ਮਸਤਾਨਾ ਜੀ ਗੰਗਾ ਨਗਰ ਨਾਰਾਇਣ ਸਿੰਘ ਵਾਲੇ ਚੱਕ 'ਚ ਰਹਿੰਦੇ ਸੀ। ਉੱਥੇ ਰਾਤ ਨੂੰ ਹੀ ਮਜਲਿਸ ਹੁੰਦੀ ਸੀ। 2 ਬੁੱਢੇ ਪਿੰਡ ਸਾਧੂਵਾਲੀ ਤੋਂ ਰੋਜ਼ ਸ਼ਾਮ ਨੂੰ ਬਿਤਰੇ ਚੱਕ ਕੇ ਆਇਆ ਕਰਨ ਕਿ ਅੱਜ ਜ਼ਰੂਰ ਨਾਮ ਲੈਣਾ ਹੈ। ਅਤੇ ਜਦੋਂ ਨਾਮ ਲੈਣ ਦਾ ਟਾਈਮ ਆਉਣਾ ਤਾਂ ਕੋਈ ਟੱਟੀ ਚਲਾ ਜਾਵੇ ਤਾਂ ਕੋਈ ਪਿਸ਼ਾਬ ਕਰਨ ਲਈ ਚਲਾ ਜਾਵੇ। ਇਸੇ ਤਰ੍ਹਾਂ ਹੀ 8-10 ਦਿਨ ਤੱਕ ਹੁੰਦਾ ਰਿਹਾ। ਤਾਂ ਇੱਕ ਦਿਨ ਮਸਤਾਨਾ ਜੀ ਬਾਹਰ ਸੈਰ ਨੂੰ ਜਾਂਦੇ ਸੀ ਤਾਂ ਬਲਬੀਰ ਸਿੰਘ ਨੇ ਦੱਸਿਆ ਕਿ ਇਹਨਾਂ ਨਾਲ ਤਾਂ 10 ਦਿਨਾਂ ਤੋਂ ਇਸੇ ਤਰੀਕੇ ਨਾਲ ਹੀ ਹੋ ਰਿਹਾ ਹੈ, ਇਹਨਾਂ ਨੂੰ ਨਾਮ ਨਹੀਂ ਮਿਲਿਆ। ਤਾਂ ਪੂਜਯ ਮਸਤਾਨਾ ਜੀ ਕਹਿੰਦੇ, ਬਸ ਇਹਨਾਂ ਨੂੰ ਕੱਲ੍ਹ ਨਾਮ ਮਿਲ ਜਾਏਗਾ। ਅਤੇ ਦੂਸਰੇ ਦਿਨ ਹੀ ਉਹਨਾਂ ਦੋਨਾਂ ਨੂੰ ਨਾਮ ਮਿਲ ਗਿਆ। ਪੂਜਯ ਮਨੀਰ ਸਾਹਿਬ ਜੀ ਨੇ ਫਰਮਾਇਆ, ਇਹ ਸਾਰਾ ਕੁਝ ਟਾਈਮ ਦੀ ਗੱਲ ਹੈ, ਟਾਈਮ ਹੋਏ ਤਾਂ ਮਿੰਟ ਲੱਗਦਾ ਹੈ। ਅਤੇ ਫਿਰ ਪੂਜਯ ਮਨੀਰ ਸਾਹਿਬ ਜੀ ਨੇ ਲਾਂਗਰੀ ਬਾਲੂ ਰਾਮ ਦੀ ਗੱਲ ਸੁਣਾਈ ਕਿ ਉਸ ਨੂੰ ਕਿਵੇਂ ਨਾਮ ਘਰ ਜਾ ਕੇ ਮਿਲਿਆ ਸੀ। ਅਤੇ ਫਿਰ ਫਰਮਾਇਆ, ਜਿਹੜੇ ਜਿਹੜੇ ਮਾਲਕ ਦੇ ਰੂਹ ਨੇ ਉਹ ਆਪਣੇ ਆਪ ਆ ਜਾਂਦੇ ਨੇ। ਵਚਨ ਨੰਬਰ 509। ਅੱਜ ਗੁਰਬਾਣੀ ਦਾ ਸ਼ਬਦ ਹਉ ਨਾ ਛੋੜੋ ਕੰਤ ਪਾਸਰਾ ਬੋਲਿਆ ਤਾਂ ਸਰਸਾ ਅਤੇ ਟਰੱਕ ਡਰਾਈਵਰ ਭਾਗ ਸਿੰਘ ਕਹਿਣ ਲੱਗਿਆ, ਬਾਬਾ ਜੀ ਇਹ ਸ਼ਬਦ ਦੀ ਆਖਰੀ ਕੜੀ ਦੀ ਸਮਝ ਨਹੀਂ ਆਈ, ਹੋਏ ਨਿਮਾਣੀ ਟਹਿ ਪਈ। ਤਾਂ ਪੂਜਯ ਮਨੀਰ ਸਾਹਿਬ ਜੀ ਨੇ ਫਰਮਾਇਆ, ਕਹਿੰਦੇ ਨੇ ਕਿ ਪਿਛਲੇ ਕਰਮਾਂ ਨਾਲ ਸਾਨੂੰ ਸੰਤ ਮਿਲ ਗਏ ਕਿ ਸਾਡੇ ਪਿਛਲੇ ਕਰਮ ਚੰਗੇ ਸੀ। ਤਾਂ ਫਿਰ ਫਰਮਾਇਆ, ਜਦੋਂ ਸਾਰੀਆਂ ਆਕੜਾਂ ਨਿਕਲ ਜਾਂਦੀਆਂ ਨੇ ਫਿਰ ਸਤਿਗੁਰੂ ਮਿਹਰ ਕਰਦਾ ਹੈ। ਇਹ ਤੁਸੀਂ ਸਾਰੇ ਪੂਰਬਲੇ ਕਰਮਾਂ ਨਾਲ ਹੀ ਇੱਥੇ ਆਏ ਹੋ। ਜਦੋਂ ਰੋਂਦਾ ਪਿੱਟਦਾ ਹੈ ਤੇ ਫਿਰ ਮਾਲਕ ਮਿਹਰ ਕਰਦਾ ਹੈ। ਮਾਲਕ ਦੀ ਮਿਹਰ ਨਾਲ ਹੀ ਫਕੀਰ ਮਿਲਦਾ ਹੈ। ਵਚਨ ਨੰਬਰ 510। ਅੱਜ ਸਰਸਾ ਤੋਂ ਆਏ ਪ੍ਰੇਮੀ ਗੰਗਾ ਰਾਮ ਕੋਲ ਦਰਬਾਰ 'ਚ ਰੱਖਿਆ ਕੁੱਤਾ ਬਾਰ-ਬਾਰ ਆ ਰਿਹਾ ਸੀ। ਤਾਂ ਟਰੱਕ ਡਰਾਈਵਰ ਭਾਗ ਸਿੰਘ ਕਹਿਣ ਲੱਗਿਆ, ਬਾਬਾ ਜੀ ਇਹ ਕੁੱਤਾ ਵੀ ਸਤਸੰਗੀ ਹੋਣਾ ਹੈ। ਤਾਂ ਪੂਜਯ ਮਨੀਰ ਸਾਹਿਬ ਜੀ ਨੇ ਫਰਮਾਇਆ, ਹੋਰ ਕੀ ਹੈ, ਕੋਈ ਕਰਮ ਇਸ ਤਰ੍ਹਾਂ ਦੇ ਹੁੰਦੇ ਨੇ, ਫਿਰ ਇਹ ਕੁੱਤੇ ਦੀ ਜੂਨੀ ਮਿਲਦੀ ਹੈ। ਅਤੇ ਫਿਰ ਫਰਮਾਇਆ, ਕੁੱਤੇ ਨੂੰ ਇਨਸਾਨ ਨਾਲੋਂ ਜ਼ਿਆਦਾ ਪਰਖ ਹੁੰਦੀ ਹੈ। ਫਕੀਰਾਂ ਨੇ ਇਸ ਦੇ ਅੰਦਰ 10 ਗੁਣ ਦੱਸੇ ਨੇ। ਮਸਤਾਨਾ ਜੀ ਕਈ ਵਾਰੀ ਕਿਹਾ ਕਰਦੇ ਸੀ, ਇਹ ਵਚਨ ਕਿਤਾਬ 'ਚ ਵੀ ਹੈ ਕਿ ਇੱਕ ਫਕੀਰ ਨੇ ਰੋਟੀ ਕੀਤੀ ਤਾਂ ਜਦੋਂ ਸਾਧੂ ਖਾਣ ਲੱਗੇ ਤਾਂ ਉਹ ਕਹਿਣ ਲੱਗਿਆ ਕਿ ਪੱਥਰ ਖਾ ਲਓ, ਭੱਜ ਜਾਓ, ਇੱਥੇ ਤੁਹਾਡੇ ਬਾਪ ਦਾ ਮਾਲ ਰੱਖਿਆ ਹੋਇਆ ਹੈ। ਤਾਂ ਉਹ ਸਾਰੇ ਫਕੀਰ ਚਲੇ ਗਏ। ਤਾਂ ਫਿਰ ਉਸ ਦੇ ਸਾਰੇ ਸਾਧੂ ਬੁਲਾ ਲਏ। ਇਸ ਤਰ੍ਹਾਂ ਹੀ ਉਸਨੇ 30 ਵਾਰ ਕੀਤਾ। ਫਕੀਰ ਹਠੀ ਸੀ, ਉਹ ਨਾ ਗਿਆ, ਉਹ ਲੱਗਿਆ ਹੀ ਰਿਹਾ।
ਤਾਂ ਫਕੀਰ ਹਠੀ ਫਕੀਰ ਨੂੰ ਕਹਿਣ ਲੱਗਾ ਕਿ ਫਕੀਰ ਦੇਖਿਆ ਤਾਂ ਤੈਨੂੰ। ਤਾਂ ਉਹ ਕਹਿਣ ਲੱਗਾ ਕਿ ਮੈਂ ਕਾਹਦਾ ਫਕੀਰ ਹਾਂ, ਮੈਂ ਤਾਂ ਕੁੱਤੇ ਵਾਲਾ ਹੀ ਕੰਮ ਕੀਤਾ ਹੈ। ਕੁੱਤੇ ਨੂੰ ਜਰਾ ਝਿੜਕੋ ਉਹ ਪਰੇ ਚਲੇ ਜਾਂਦਾ ਹੈ, ਜਰਾ ਪੂਛ ਪੂਛ ਕਰੋ ਤਾਂ ਵਿਚਾਰਾ ਫੇਰ ਆ ਜਾਂਦਾ ਹੈ। ਅਤੇ ਫਿਰ ਫਰਮਾਇਆ, ਕੁੱਤੇ 'ਚ ਬੜੀ ਸਿਫਤ ਹੈ, ਹੁਣ ਦੇਖ ਲਓ ਇਸ ਨੂੰ ਝਿੜਕ ਦਿਓ ਪਰੇ ਚਲਾ ਜਾਏਗਾ, ਪੁੱਛ ਪੁੱਛ ਕਰੋ ਤੇ ਫੇਰ ਕੋਲ ਆ ਜਾਏਗਾ। ਇਹੀ ਬੜੀ ਸਿਫਤ ਹੈ। ਇੱਥੇ ਦਾਸ ਬਣਨਾ ਹੀ ਔਖਾ ਹੈ। ਤਾਂ ਹੀ ਉਹਨਾਂ ਨੇ ਕਿਹਾ ਹੈ, द्वार धनी के पड़ा रहो, धक्का धनी का खाओ। बस दास बनना ही औखा है। वचन नंबर 511। ਅੱਜ ਬੇਨਤੀ ਦਾ ਸ਼ਬਦ ਸਤਿਗੁਰ ਪਿਆਰੇ ਕੇ ਸਿਵਾ ਬੋਲਿਆ ਤਾਂ ਪੂਜਯ ਮਨੀ ਸਾਹਿਬ ਜੀ ਨੇ ਫਰਮਾਇਆ, ਜੇ ਜੀਵ ਇੱਕ ਵਾਰ ਸਤਿਗੁਰ ਨੂੰ ਪ੍ਰੇਮ ਨਾਲ ਯਾਦ ਕਰਦਾ ਹੈ ਤਾਂ ਸਤਿਗੁਰ ਉਸ ਨੂੰ ਕਰੋੜ ਵਾਰ ਯਾਦ ਕਰਦਾ ਹੈ। ਅਗਰ ਇਹ ਉੱਪਰ ਨੂੰ ਇੱਕ ਕਦਮ ਚੱਲਦਾ ਹੈ ਤਾਂ ਸਤਿਗੁਰ ਉਸ ਨੂੰ ਲੈਣ ਲਈ ਅਰਸ਼ਾਂ ਤੋਂ ਕਰੋੜ ਕਦਮ ਥੱਲੇ ਆ ਜਾਂਦਾ ਹੈ। ਇਹ ਫਕੀਰ ਨੇ ਤਜਰਬੇ ਕਰਕੇ ਲਿਖਿਆ ਹੈ। ਸਭ ਕੁਝ ਸੱਚੀ ਤੜਪ 'ਤੇ ਨਿਰਭਰ ਕਰਦਾ ਹੈ। ਅਤੇ ਜਿਸ ਦਿਨ ਉਸ ਸਤਿਗੁਰ ਨੂੰ ਸੱਚੀ ਤੜਫ ਨਾਲ ਯਾਦ ਕਰੋ ਤਾਂ ਉਹ ਜ਼ਰੂਰ ਸੁਪਨੇ ਵਿੱਚ ਜਾਂ ਕਿਵੇਂ ਨਾ ਕਿਵੇਂ ਆ ਕੇ ਜਿਹੜਾ ਕੰਮ ਕਹੋ ਆ ਕੇ ਕਰ ਜਾਂਦਾ ਹੈ। ਸਭ ਕੁਝ ਸੱਚੀ ਤੜਪ 'ਤੇ ਹੈ। ਫਿਰ ਫਰਮਾਇਆ, ਗੁਰੂ ਚਰਨ ਸ਼ਰਨ ਏਕ ਪੈਂਡ ਜਾਈ ਚੱਲ, ਸਤਿਗੁਰ ਕੋਟ ਪੈਂਡ ਆਗੇ ਹੋਈ ਲੇਤ ਹੈ। ਵਚਨ ਨੰਬਰ 512। ਅੱਜ ਰਾਤ ਦੀ ਮਜਲਿਸ 'ਚ ਸਰਸਾ ਤੋਂ ਆਈ ਸੰਗਤ 'ਚ ਛੋਟੇ ਛੋਟੇ ਬੱਚਿਆਂ ਬਾਰੇ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਇਹ ਸਾਰੇ ਹੀ ਪੁਰਾਣੇ ਰੂਹ ਨੇ। ਜਿਹੜੇ ਛੋਟੇ ਛੋਟੇ ਬੱਚੇ ਸਾਰੀ ਸਾਰੀ ਰਾਤ ਜਾਗਦੇ ਨੇ, ਨਹੀਂ ਤਾਂ ਦੂਸਰੇ ਬੱਚੇ ਦੇਖ ਲਓ ਸਾਰੇ ਸੁੱਤੇ ਪਏ ਨੇ। ਇਹਨਾਂ ਦੀ ਕੋਈ ਪੁਰਾਣੀ ਭਗਤੀ ਹੈ। ਅਤੇ ਫਿਰ ਫਰਮਾਇਆ, ਜਾਗਣ ਵਿੱਚ ਵੀ ਨਸ਼ਾ ਹੈ। ਜਿਨ੍ਹਾਂ ਫਕੀਰਾਂ ਨੇ ਪਾਇਆ ਹੈ ਸਿਰਫ ਤੇ ਸਿਰਫ ਜਾਗ ਜਾਗ ਕੇ ਹੀ ਪਾਇਆ ਹੈ। ਵਚਨ ਨੰਬਰ 513। ਅਤੇ ਅੱਗੇ ਪਲਟੂ ਸਾਹਿਬ ਜੀ ਦੀ ਬਾਣੀ 'ਚੋਂ ਨਿੰਦਰੀਆ ਮੋਰੀ ਬੈਰਨ ਭਈ ਦਾ ਸ਼ਬਦ ਬੋਲਿਆ ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਮਾਲਿਕ ਦੇ ਵਾਸਤੇ ਜਾਗੇ ਫਿਰ ਭਜਨ ਬੰਦਗੀ ਹੈ। ਚਾਹੇ ਟੁੱਟਿਆ ਫੁੱਟਿਆ ਹੀ ਸਿਮਰਨ ਹੋਵੇ ਉਹ ਵੀ ਲੇਖੇ ਵਿੱਚ ਹੈ। ਅਤੇ ਫਿਰ ਸਰਸਾ ਤੋਂ ਆਏ ਟਰੱਕ ਡਰਾਈਵਰ ਭਾਗ ਸਿੰਘ ਨੇ ਪੁੱਛਿਆ, ਬਾਬਾ ਜੀ ਨੀਂਦ ਦਾ ਕੀ ਇਲਾਜ ਹੈ? ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਨੀਂਦ ਤਾਂ ਸਾਧ ਸੰਗਤ 'ਚ ਆ ਕੇ ਹੌਲੀ ਹੌਲੀ ਹਟਦੀ ਹੈ ਅਤੇ ਹੋਰ ਇਸ ਦਾ ਕੋਈ ਇਲਾਜ ਨਹੀਂ। ਕਾਲ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ, ਇਸ ਨਾਲ ਸਖਤ ਮੁਕਾਬਲਾ ਕਰਨਾ ਪੈਂਦਾ ਹੈ। ਅਤੇ ਫਿਰ ਦਿੱਲੀ ਤੋਂ ਆਏ ਚਾਚਾ ਰੱਖਿਆ ਰਾਮ ਜੀ ਨੇ ਦੱਸਿਆ ਕਿ ਮਸਤਾਨਾ ਜੀ ਸਾਰੀ ਸਾਰੀ ਰਾਤ ਲੱਤਾਂ ਅਤੇ ਪੱਟੀਆਂ ਬੰਨ੍ਹ ਕੇ ਤੁਰੇ ਫਿਰਦੇ ਸੀ, ਨਾ ਆਪ ਸੌਂਦੇ ਸੀ ਅਤੇ ਨਾ ਕਿਸੇ ਨੂੰ ਸੌਣ ਦਿੰਦੇ ਸੀ। ਤਾਂ ਇੱਕ ਦਿਨ ਅਸੀਂ ਪੁੱਛਿਆ ਕਿ ਮਸਤਾਨਾ ਜੀ ਤੁਸੀਂ ਕਹਿੰਦੇ ਹੋ ਕਿ ਸੱਚੇ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ, ਇਹ ਕਿਹੜੀ ਬਖਸ਼ਿਸ਼ ਹੈ? ਨਾ ਆਪ ਟਿਕਦੇ ਹੋ ਅਤੇ ਨਾ ਸੰਗਤ ਨੂੰ ਟਿਕਣ ਦਿੰਦੇ ਹੋ। ਤਾਂ ਪੂਜਯ ਮਸਤਾਨਾ ਜੀ ਕਹਿਣ ਲੱਗੇ, ਤੁਹਾਨੂੰ ਸੱਚ ਦੱਸੀਏ, ਇਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੀ ਹੈ ਜੋ ਸਾਨੂੰ ਟਿਕਣ ਨਹੀਂ ਦਿੰਦੀ। ਅਤੇ ਫਿਰ ਚਾਚਾ ਜੀ ਨੇ ਕਿਹਾ ਕਿ ਇਹ ਸਤਿਗੁਰ ਦੀ ਮਿਹਰ ਹੀ ਹੈ ਜਿਹੜੀ ਇੱਥੇ ਖਿੱਚੀ ਲਈ ਆਉਂਦੀ ਹੈ, ਨਹੀਂ ਤਾਂ ਸਰਸੇ ਤੋਂ ਕੌਣ ਆਉਂਦਾ ਹੈ। ਵਚਨ ਨੰਬਰ 514। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਜਿਸ ਨੂੰ ਸਤਿਗੁਰ ਪਹੁੰਚਾਏ ਉਸ ਨੂੰ ਕੌਣ ਮਾਰ ਸਕਦਾ ਹੈ? ਅਤੇ ਜੇ ਕਰਮ ਹੀ ਐਸਾ ਆ ਜਾਵੇ, ਨਹੀਂ ਤਾਂ ਬਾਕੀ ਸਤਿਗੁਰ ਹਰ ਜਗ੍ਹਾ ਸੰਭਾਲ ਕਰਦਾ ਹੈ। ਅਤੇ ਫਿਰ ਫਰਮਾਇਆ, ਤਰਲੋਕੀ ਤੱਕ ਕਰਮਾਂ ਦਾ ਚੱਕਰ ਹੈ, ਨਰਕ ਸਵਰਗ ਸਾਰੇ ਹੀ ਕਰਮਾਂ ਦੇ ਚੱਕਰ 'ਚ ਨੇ। ਉੱਥੇ ਤੱਕ ਸਾਰਿਆਂ ਨੂੰ ਹਿਸਾਬ ਦੇਣਾ ਪੈਂਦਾ ਹੈ। ਹਿਸਾਬ ਸਭ ਨੂੰ ਦੇਣਾ ਪੈਂਦਾ ਹੈ, ਕਿਸੇ ਨੂੰ ਜਲਦੀ, ਕਿਸੇ ਨੂੰ ਦੇਰ ਨਾਲ। ਫਿਰ ਫਰਮਾਇਆ, ਦੇਖ ਲਓ ਰਾਮ ਚੰਦਰ ਜੀ ਤਰਲੋਕੀ ਦੇ ਮਾਲਕ ਸੀ, ਉਹਨਾਂ ਨੂੰ ਵੀ ਹਿਸਾਬ ਦੇਣਾ ਪਿਆ, ਅਤੇ ਬਾਕੀ ਕੀ? ਇਹ ਸਤਿਗੁਰੂ ਹੀ ਹੈ ਜਿਹੜਾ ਇਹਨਾਂ ਬੰਧਨਾਂ ਤੋਂ ਕੱਢਣ ਵਾਲਾ ਹੈ, ਹੋਰ ਕੋਈ ਨਹੀਂ। ਜਿਵੇਂ ਛੋਟੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸਜ਼ਾ ਹੋ ਸਕਦੀ ਹੈ ਅਤੇ ਫਾਂਸੀ ਵੀ ਹੋ ਸਕਦੀ ਹੈ, ਪਰ ਰਾਸ਼ਟਰਪਤੀ ਮਾफ़ ਕਰ ਸਕਦਾ ਹੈ। ਉਹ ਰਹਿਮਦਿਲੀ ਦੀ ਦਰਖਾਸਤ ਦੇ ਸਕਦਾ ਹੈ ਅਤੇ ਫਾਂਸੀ ਨੂੰ ਵੀ ਹਟਾ ਸਕਦਾ ਹੈ। ਉੱਪਰ ਤੋਂ ਥੱਲੇ ਨਹੀਂ, ਇਸ ਤਰ੍ਹਾਂ ਹੀ ਤਰਲੋਕੀ ਤੱਕ ਸਭ ਨੂੰ ਕਰਮਾਂ ਦਾ ਚੱਕਰ ਦੰਡ ਭੁਗਤਣਾ ਪੈਂਦਾ ਹੈ।
ਇੱਕ ਸਤਿਗੁਰੂ ਹੀ ਹੈ ਇਹ ਸਾਫ਼ ਕਰ ਸਕਦਾ ਹੈ, ਜਿਹੜਾ ਚੌਥੇ ਲੋਕ 'ਚ ਰਹਿੰਦਾ ਹੈ। ਬਾਕੀ ਨਾ ਸਭ ਦੁਨੀਆ ਕਰਮਾਂ ਦੇ ਚੱਕਰ 'ਚ ਹੈ, ਸਭ ਨੂੰ ਹਿਸਾਬ ਦੇਣਾ ਪੈਂਦਾ ਹੈ। ਵਚਨ ਨੰਬਰ 515। ਅੱਜ ਰਾਤ ਦੀ ਮਜਲਿਸ ਵਿੱਚ ਪਿੰਡ ਨਈਆਂ ਵਾਲੀ ਤੋਂ ਕਰਤਾ ਰਾਮ ਢੋਲਕੀ ਵਜਾ ਰਿਹਾ ਸੀ ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਹੱਸਦੇ ਹੋਏ ਫਰਮਾਇਆ, ਪੁਰਾਣਾ ਢੋਲਕੀ ਆ ਗਿਆ। ਪਹਿਲਾਂ ਇਹ ਡੱਬਾ ਹੀ ਵਜਾਇਆ ਕਰਦਾ ਸੀ। ਅਤੇ ਫਿਰ ਫਰਮਾਇਆ, ਜਿੰਨੀ ਸੇਵਾ ਕਰਦਾ ਹੈ ਉਨੀ ਹੀ ਗਨੀਮਤ ਹੈ। ਬੜਾ ਔਖਾ ਮਾਰਗ ਹੈ। ਖੰਡੇ ਦੀ ਧਾਰ ਦੇ ਥੱਲੇ ਬੈਠਣਾ ਸੌਖਾ ਹੈ, ਕਰ ਇਹ ਕੰਮ ਔਖਾ ਹੈ। ਮਸਤਾਨਾ ਜੀ ਕਿਹਾ ਕਰਦੇ ਸਨ ਕਿ ਮਨ ਦੇ ਨਾਲ ਉਮਰ ਭਰ ਦੀ ਲੜਾਈ ਹੈ, ਬੜਾ ਔਖਾ ਮਾਰਗ ਹੈ। ਵਚਨ ਨੰਬਰ 516। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਨੂੰ ਮੇਨ ਬਰਾਂਡੇ 'ਚ ਮਜਲਿਸ ਹੋਈ ਅਤੇ ਠੀਕ ਰਾਤ ਦੇ 10:06 'ਤੇ ਪੂਜਯ ਮਨੀਸ਼ ਸਾਹਿਬ ਜੀ ਬਰਾਂਡੇ 'ਚ ਆਏ ਅਤੇ ਆਪ ਜੀ ਨੇ ਸਤਸੰਗੀ ਦਾ ਸਹਾਰਾ ਕਿਤਾਬ 'ਚੋਂ ਭਗਤਾਂ ਅਤੇ ਸੰਸਾਰੀਆਂ ਦਾ ਜੋੜ ਕਦੇ ਨਾ ਆਇਆ ਮਜ਼ਮੂਨ ਪੜ੍ਹਾਇਆ ਅਤੇ ਹੋਰ ਵੀ ਕਈ ਮਜ਼ਮੂਨ ਪੜ੍ਹਾਏ। ਅਤੇ ਫਿਰ ਫਰਮਾਇਆ, ਇਹ ਗੱਲਾਂ ਫਕੀਰਾਂ ਦੇ ਤਜਰਬੇ 'ਚ ਆਈਆਂ ਨੇ ਤਾਂ ਹੀ ਲਿਖੀਆਂ ਨੇ। ਅਤੇ ਫਿਰ ਫਰਮਾਇਆ, ਇਹ ਕਿਤਾਬਾਂ ਜਿਨ੍ਹਾਂ ਨੇ ਨਾਮ ਲਿਆ ਹੈ ਸਿਰਫ ਉਹਨਾਂ ਲਈ ਹੈ। ਲੋਕਾਂ ਦੀਆਂ ਕਿੰਨੀਆਂ ਚਿੱਠੀਆਂ ਆਉਂਦੀਆਂ ਨੇ, ਅਗਰ ਇਹ ਕਿਤਾਬ ਪੜ੍ਹੇ ਸਾਰੀਆਂ ਗੱਲਾਂ ਦਾ ਜਵਾਬ ਹੈ। ਅਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਹੱਸਣ ਲੱਗੇ ਅਤੇ ਫਿਰ ਫਰਮਾਇਆ, ਹੁਣ ਅਸੀਂ ਫੌਜ ਤਿਆਰ ਕਰਦੇ ਹਾਂ, ਤੁਹਾਨੂੰ ਅੱਗੇ ਭੇਜਾਂਗੇ, ਬੋਲੋ ਕਿਹੜੇ ਕਿਹੜੇ ਜਾਣਗੇ। ਅਤੇ ਫਿਰ ਫਰਮਾਇਆ, ਆਪਣੀਆਂ ਆਪਣੀਆਂ ਬੰਦੂਕਾਂ ਚੱਕੋ, ਰਾਤ ਨੂੰ ਜਾਗੋ ਅਤੇ ਸਤਿਗੁਰ ਅੱਗੇ ਰੋਵੋ। ਇਹੀ ਬੰਦੂਕ ਹੈ, ਘੱਟ ਖਾਓ, ਘੱਟ ਸੌਵੋ, ਘੱਟ ਗੱਲਾਂ ਕਰੋ। ਅਤੇ ਫਿਰ ਹੱਸਦੇ ਹੋਏ ਫਰਮਾਇਆ ਕਿ ਇਹ ਸਤਿਗੁਰ ਦੀ ਫੌਜ ਹੈ, ਹੋਰ ਕਿਹੜੀ ਹੈ। ਵਚਨ ਨੰਬਰ 517। ਅੱਜ ਰਾਤ ਦੀ ਮਜਲਿਸ 'ਚ 5 ਪ੍ਰੇਮੀ ਬੜਿੰਗ ਖੇੜੇ ਤੋਂ ਸਾਈਕਲਾਂ 'ਤੇ ਦਰਸ਼ਨ ਕਰਨ ਲਈ ਆਏ ਨੇ ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਕਿਹੜੇ ਨੇ ਬਈ ਬੜਿੰਗ ਖੇੜੇ ਦੇ, ਖੜ੍ਹੇ ਹੋਵੋ। ਤਾਂ ਪ੍ਰੇਮੀ ਸਾਧੂ ਬਲਦੇਵ ਮਿਸਤਰੀ, ਬਖਤੌਰ ਨੈਬ ਅਤੇ ਇੱਕ ਹੋਰ ਪ੍ਰੇਮੀ ਖੜ੍ਹੇ ਹੋਏ। ਪੂਜਯ ਮਨੀਸ਼ ਸਾਹਿਬ ਜੀ ਸਾਧੂ ਨੂੰ ਹੱਸਦੇ ਹੋਏ ਫਰਮਾਇਆ ਕਿ ਇਹਨਾਂ ਦੀ ਲੰਗਰ 'ਚ ਡਿਊਟੀ ਹੈ। ਅਤੇ ਫਿਰ ਫਰਮਾਇਆ ਕਿ ਜਿਨ੍ਹਾਂ ਦੀ ਸ਼ਾਦੀ ਨਹੀਂ ਹੋਈ ਉਹ ਬੜੇ ਕਬੀਲਦਾਰ ਨੇ। ਅੱਜ ਜਗਮਾਲ ਵਾਲੀ ਤੋਂ ਮਹਾਂ ਸਿੰਘ ਪ੍ਰੇਮੀ ਆਇਆ ਹੈ। ਜ਼ਮੀਨ ਤਾਂ ਭਾਈ ਦੇ ਨਾਮ ਲਗਵਾ ਦਿੱਤੀ, ਹੁਣ ਕਹਿੰਦਾ ਸੂਤ ਦੇ ਗੋਲੇ ਵੱਟੂੰਗਾ ਤਾਂ ਹੀ ਘਰ ਦੇ ਰੋਟੀ ਦੇਣਗੇ। ਅਤੇ ਫਿਰ ਫਰਮਾਇਆ, ਵਿਚਾਰੇ ਨੂੰ ਪ੍ਰੇਮ ਤਾਂ ਹੈ, ਕਹਿੰਦਾ ਮੈਂ ਪਾਠ ਕਰਨ ਲੱਗ ਗਿਆ ਹਾਂ। ਮੈਂ ਆਖਿਆ ਕਿ ਅਰਦਾਸ ਤਾਂ ਮੈਨੂੰ ਕਰਨੀ ਨਹੀਂ ਆਉਂਦੀ। ਤਾਂ ਉਹ ਕਹਿੰਦੇ, ਫਿਰ ਤੂੰ ਕਾਹਦਾ ਪਾਠੀ ਹੈ, ਤੈਨੂੰ ਅਰਦਾਸ ਤਾਂ ਕਰਨੀ ਨਹੀਂ ਆਉਂਦੀ। ਤਾਂ ਉਹ ਕਹਿੰਦਾ ਕਿ ਅਰਦਾਸ 'ਚ ਤੁਹਾਡਾ ਨਾਮ ਲਊਂਗਾ ਤਾਂ ਤੁਸੀਂ ਮੈਨੂੰ ਜ਼ਿਆਦਾ ਪੈਸੇ ਦਿਓਗੇ, ਪੈਸੇ ਤਾਂ ਮੈਨੂੰ ਚਾਹੀਦੇ ਨਹੀਂ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਜੇ ਪੈਸੇ ਦੇਣਗੇ, ਅਗਰ ਭਾਈ ਪੈਸਿਆਂ ਦੇ ਨਾਂ ਨਾ ਬੋਲੇ ਤਾਂ ਫਿਰ ਲੋਕ ਨਾਰਾਜ਼ ਹੋ ਜਾਂਦੇ ਨੇ ਅਤੇ ਸਾਡੇ ਪੈਸੇ ਨਹੀਂ ਬੋਲੇ, ਅਤੇ ਜੇ ਬੋਲਦਾ ਤਾਂ ਬਸ ਹੰਕਾਰ 'ਚ ਆਇਆ, ਉੱਥੇ ਹੀ ਖਤਮ। ਨਾਲੇ ਠੀਕ ਉਸੇ ਵੇਲੇ ਹੀ ਪੜ੍ਹਦੇ ਨੇ, ਤੀਰਥ ਵਰਤ ਔਰ ਦਾਨ ਕਰ, ਮਨ ਮੇ ਧਰੇ ਗੁਮਾਨ, ਨਾਨਕ ਨੇ ਫਲ ਜਾਤ ਹੈ ਜਿਉਂ ਕੁੰਚਰ ਇਸ਼ਨਾਨ। ਫਿਰ ਬੋਲਦੇ ਨੇ, ਜੇ ਨਾ ਬੋਲੇ ਤਾਂ ਨਾਰਾਜ਼ ਹੋਣਗੇ। ਅਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਬੜਾ ਔਖਾ ਮਾਰਗ ਹੈ ਬਾਈ। ਵਚਨ ਨੰਬਰ 518। ਮਜਲਿਸ ਦੀ ਸਮਾਪਤੀ ਤੋਂ ਬਾਅਦ ਪੂਜਯ ਮਨੀਸ਼ ਸਾਹਿਬ ਜੀ ਨੇ ਸੰਗਤ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ, ਇਹ ਰੋਟੀ ਵਗੈਰਾ ਦੀ ਤੁਹਾਡੇ ਕਰਕੇ ਰਹਿਤ ਹੈ, ਨਹੀਂ ਤਾਂ ਫਕੀਰਾਂ ਕੋਲ ਤਾਂ ਜਾਗਣਾ, ਭੁੱਖ ਅਤੇ ਸੋਟੀਆਂ ਦੀ ਮਾਰ ਹੀ ਹੁੰਦੀ ਹੈ। ਵਚਨ ਨੰਬਰ 519। ਇਸ ਤੋਂ ਅੱਗੇ ਕਬੀਰ ਸਾਹਿਬ ਜੀ ਦੀ ਬਾਣੀ 'ਚੋਂ ਸ਼ਬਦ ਲਿਆ ਗਿਆ। ਜਦੋਂ ਸ਼ਬਦ ਬੋਲਿਆ ਤਾਂ ਸਾਹਮਣੇ ਹੀ ਤਰਲੋਕ ਸੁੱਤਾ ਪਿਆ ਸੀ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਪੁੱਛਿਆ, ਇਹ ਕੌਣ ਹੈ ਤਰਲੋਕ, ਉਠਾਓ ਇਸ ਨੂੰ। ਜਦ ਤਰਲੋਕ ਨੂੰ ਜਗਾਇਆ ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਤਰਲੋਕ ਦੀ ਮੰਗਣੀ ਕੀਤੀ ਹੋਈ ਹੈ, ਹੁਣ ਛੱਡਦਾ ਹੈ ਕਿ ਨਹੀਂ। ਕਹਿੰਦਾ ਹੈ ਕਿ ਮੈਂ ਭਜਨ ਕਰਨਾ ਹੈ। ਇਹ ਦੇਖ ਲੈ ਕੀ ਕਹਿੰਦਾ ਹੈ ਸ਼ਬਦ। ਇਹ ਤਾਂ ਸਮਝਦਾ ਹੈ ਕਿ ਮਨ ਨੂੰ ਮਾਰ ਲਿਆ, ਪਰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਲਟਾ ਕੇ ਮਾਰਦਾ ਹੈ। ਜਿਹਨੇ ਇਸ ਮਨ ਦਾ ਵਿਸ਼ਵਾਸ ਕੀਤਾ ਉਹੀ ਮਾਰਿਆ ਗਿਆ। ਇਹ ਬੜੀ ਵੱਡੀ ਬਲਾ ਹੈ। ਇਸ ਨੇ ਬੜੇ ਬੜੇ ਰਿੱਧੀਆਂ ਸਿੱਧੀਆਂ ਵਾਲਿਆਂ ਨੂੰ ਮਾਰ ਦਿੱਤਾ ਹੈ।
ਤਾਂ ਚਾਚਾ ਰੱਖਿਆ ਰਾਮ ਜੀ ਕਹਿਣ ਲੱਗੇ, ਜੀ ਸਾਨੂੰ ਵੀ ਇਸ ਦੇ ਬਾਰੇ ਥੋੜ੍ਹਾ ਦੱਸ ਦਿਓ। ਤੇ ਚਾਚਾ ਜੀ ਦੀ ਗੱਲ ਸੁਣ ਕੇ ਪੂਜਯ ਮਨੇਰ ਸਾਹਿਬ ਜੀ ਹੱਸਣ ਲੱਗੇ ਤੇ ਫਰਮਾਇਆ, ਇਹ ਮਨ ਬੜਾ ਹੀ ਚਾਲਬਾਜ਼ ਹੈ, ਇਸ ਨੇ ਬੜਿਆਂ ਨੂੰ ਮਾਰ ਦਿੱਤਾ ਹੈ। ਫਿਰ ਫਰਮਾਇਆ, ਕਹਿੰਦੇ ਜਿਵੇਂ ਗਧੇ ਦਾ ਪੈਖੜ ਉਦੋਂ ਹੀ ਖੋਲ੍ਹਦੇ ਨੇ ਜਦੋਂ ਉੱਤੇ 2.5 ਮਣ ਬੋਝ ਲੱਦ ਦਿੰਦੇ ਨੇ, ਨਹੀਂ ਤਾਂ ਗਧਾ ਦੁਲੱਤੇ ਹੀ ਮਾਰਦਾ ਰਹਿੰਦਾ ਹੈ। ਇਹ ਕਿਸੇ ਤਰ੍ਹਾਂ ਮਨ ਦਿਨ ਪਰ ਰਾਤ ਸਿਮਰਨ 'ਚ ਲਾਈ ਰੱਖੇ, ਫਿਰ ਇਹ ਠੀਕ ਰਹਿੰਦਾ ਹੈ। ਵਿਹਲਾ ਛੱਡਿਆ ਨਹੀਂ ਤਾਂ ਖਰਾਬ ਹੋਇਆ। ਅਤੇ ਫਿਰ ਫਰਮਾਇਆ, ਜਿਵੇਂ ਵਿਹਲਾ ਗਧਾ ਖਰ ਕਹਿੰਦੇ ਨੇ ਖੋਤੇ ਨੂੰ, ਹਿੰਗਦਾ ਹੀ ਰਹਿੰਦਾ ਹੈ, ਠੀਕ ਇਸੇ ਤਰ੍ਹਾਂ ਮਨ ਦਾ ਹਾਲ ਹੈ। ਫਕੀਰਾਂ ਨੇ ਇਸ ਦਾ ਆਖਰੀ ਦਮ ਤੱਕ ਵਿਸ਼ਵਾਸ ਨਹੀਂ ਕੀਤਾ। ਮਸਤਾਨਾ ਜੀ ਨੇ ਆਖਰੀ ਦਮ ਤੱਕ ਕਿਹਾ ਕਰਦੇ ਸੀ ਕਿ ਸਤਿਗੁਰ ਇਸ ਬਲਾ ਤੋਂ ਟੱਕੇ। ਤਾਂ ਚਾਚਾ ਰੱਖਿਆ ਰਾਮ ਜੀ ਨੇ ਕਿਹਾ, ਜੀ ਇਸ ਦਾ ਕੀ ਇਲਾਜ ਹੈ ਫਿਰ? ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਦਿਨ ਪਰ ਰਾਤ ਸੇਵਾ ਅਤੇ ਸਿਮਰਨ 'ਚ ਲੱਗਿਆ ਰਹੇ, ਸਤਿਗੁਰ ਦੀ ਲਗਨ ਲੱਗੀ ਰਹੇ, ਫਿਰ ਤਾਂ ਬੇਸ਼ੱਕ ਬਚੇ, ਨਹੀਂ ਤਾਂ ਕੋਈ ਨਹੀਂ ਬਚ ਸਕਦਾ। ਤਾਂ ਚਾਚਾ ਰੱਖਿਆ ਰਾਮ ਜੀ ਨੇ ਕਿਹਾ, ਜੀ ਸਾਨੂੰ ਵੀ ਦੱਸ ਦਿਓ ਕਿ ਲਗਨ ਕਿਵੇਂ ਲੱਗੇ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਇਹ ਮਾਲਕ ਦੀ ਅਖਤਿਆਰ ਹੈ, ਜਿਸ 'ਤੇ ਆਪ ਮਿਹਰ ਕਰੇ। ਫਿਰ ਫਰਮਾਇਆ, ਆਪੇ ਲਾਇਓ ਆਪਣਾ ਪਿਆਰ। ਅਤੇ ਫਿਰ ਫਰਮਾਇਆ, ਸਾਧ ਸੰਗਤ 'ਚ ਰਹਿੰਦੇ ਲਗਨ ਲੱਗਦੀ ਹੈ, ਨਹੀਂ ਤਾਂ ਬਹੁਤ ਮੁਸ਼ਕਲ ਹੈ। ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਸਾਨੂੰ ਤਾਂ ਪਤਾ ਨਹੀਂ, ਸਾਡੇ ਡੇਰੇ ਆਉਣ ਤੋਂ ਪਹਿਲਾਂ ਦੀ ਗੱਲ ਹੈ, ਉਦੈ ਸਿੰਘ ਦੀ ਚਿੱਠੀ ਆਈ ਸੀ, ਅਸੀਂ ਤਾਂ ਉਸ ਨੂੰ ਦੇਖਿਆ ਨਹੀਂ, ਪਰ ਮਸਤਾਨਾ ਜੀ ਕਿਹਾ ਕਰਦੇ ਸੀ ਕਿ ਮੈਨੇਜਰ ਉਹ ਚਿੱਠੀ ਲਿਆ, ਉਸ ਨੇ ਲਿਖਿਆ ਸੀ ਕਿ ਇਹ ਤਾਂ ਸੋਚਦਾ ਹੈ ਕਿ ਮੈਂ ਪਰਮਾਰਥ ਕਰਦਾ ਹਾਂ, ਅਤੇ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਮਨ ਉਲਟਾ ਕੇ ਮਾਰਦਾ ਹੈ। ਫਿਰ ਫਰਮਾਇਆ, ਬਸ ਸਤਿਗੁਰ ਅੱਗੇ ਬੇਨਤੀ ਕਰੋ ਕਿ ਤੂੰ ਹੀ ਤੋੜ ਚੜਾ, ਬੜਾ ਔਖਾ ਮਾਰਗ ਹੈ, ਸਭ ਦੀ ਮਨ ਮਿੱਟੀ ਪਲੀਤ ਕਰਦਾ ਹੈ। ਵਚਨ ਨੰਬਰ 520। ਪੂਜਯ ਮਨੇਰ ਸਾਹਿਬ ਜੀ ਨੇ ਅੱਜ ਫਰਮਾਇਆ ਕਿ ਸਾਡੇ ਬਾਪੂ ਸਰਦਾਰ ਚੰਨਣ ਸਿੰਘ ਜੀ ਨੇ ਆੜਤ ਦੀ ਦੁਕਾਨ ਪਾਈ ਸੀ ਅਤੇ 80,000 ਦਾ ਦਿਵਾਲਾ ਕੱਢ ਦਿੱਤਾ ਸੀ। 16 ਰੁਪਏ ਹਾਲੀ ਵੀ ਸਾਡਾ ਬਕਾਇਆ ਵਹੀ 'ਚ ਪਿਆ ਹੈ। ਸਾਡਾ ਹਿੱਸਾ 7-8 ਹਜ਼ਾਰ ਰੁਪਇਆ ਹੋਇਆ ਸੀ। ਅਸੀਂ 4 ਜਣੇ ਸੀ, ਉਹ ਵੀ ਸਤਿਗੁਰ ਨੇ ਲੈਣਾ ਦੇਣਾ ਖਤਮ ਕਰਨਾ ਸੀ। ਅਸੀਂ ਉਸ ਵਕਤ ਕਾਲਜ 'ਚੋਂ ਨਵੇਂ ਆਏ ਸੀ, ਉਦੋਂ ਕੰਮ ਦਾ ਇੰਨਾ ਪਤਾ ਨਹੀਂ ਸੀ। ਉਹ ਛਾਨਣ ਨਾਲ ਮਿੱਟੀ ਛਾਣਦੇ ਹੁੰਦੇ ਸੀ, ਅਸੀਂ ਤਾਂ ਛੱਡ ਕੇ ਪਰੇ ਹੋ ਗਏ ਸੀ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਅਗਰ ਉੱਧਰ ਲੱਗੇ ਰਹਿੰਦੇ ਤਾਂ ਫਿਰ ਸਤਿਗੁਰ ਇੱਧਰ ਕਿਵੇਂ ਲੈ ਕੇ ਆਉਂਦਾ। ਅਤੇ ਬਾਅਦ 'ਚ ਫਰਮਾਇਆ, ਹਮ ਸੰਤਨ ਕੀ ਰਹਿਣ ਪਿਆਰੇ ਸ਼ਬਦ ਬੋਲਿਆ ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਪੂਰਬ ਲਿਖਿਆ ਪਾਇਆ ਵਾਕਿਆ ਹੀ ਠੀਕ ਹੈ। ਜੀਵ ਦੀ ਕੋਈ ਪੁਰਾਣੀ ਭਗਤੀ ਹੁੰਦੀ ਹੈ ਤਾਂ ਹੀ ਡੇਰੇ ਆਇਆ ਜਾਂਦਾ ਹੈ। ਆਪ ਜੀ ਨੇ ਕਈ ਸਾਧੂਆਂ ਦੀਆਂ ਮਿਸਾਲਾਂ ਦਿੱਤੀਆਂ ਕਿ ਉਹ ਕਿਵੇਂ ਡੇਰੇ ਆਏ, ਜਿਨ੍ਹਾਂ ਵਿੱਚੋਂ ਜੰਟਾ, ਨਿਰਮਲ, ਕਵੀਰਾਜ, ਸੂਰਮਾ, ਬਾਲੂ ਰਾਮ, ਸੰਗਤ ਅਤੇ ਕਲੋਨੀ ਵਾਲੇ ਕ੍ਰਿਸ਼ਨ ਦਾ ਭਾਣਜਾ ਕੇਵਲ ਬਾਰੇ ਆਪ ਜੀ ਨੇ ਜ਼ਿਕਰ ਕੀਤਾ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਅੱਗੇ ਫਰਮਾਇਆ, ਕਈਆਂ ਨੂੰ ਅਸੀਂ ਰੱਖਣਾ ਚਾਹੁੰਦੇ ਹਾਂ, ਘਰ ਦੇ ਡੇਰੇ ਰੱਖਣਾ ਚਾਹੁੰਦੇ ਨੇ, ਪਰ ਉਹ ਰਹਿ ਨਹੀਂ ਸਕਦੇ। ਤਾਂ ਫਿਰ ਫਰਮਾਇਆ, ਉਹਨਾਂ ਦੇ ਨਸੀਬ 'ਚ ਹੀ ਨਹੀਂ। ਅਤੇ ਫਿਰ ਫਰਮਾਇਆ, ਦੇਖ ਲਓ ਕਿਵੇਂ ਸਤਿਗੁਰ ਕਰਮ ਕਟਾ ਕੇ ਫਿਰ ਲੈ ਆਉਂਦਾ ਹੈ। ਅਤੇ ਫਿਰ ਆਪ ਜੀ ਨੇ ਫੂਲੇ ਦੀ ਗੱਲ ਸੁਣਾਈ ਅਤੇ ਫਰਮਾਇਆ ਕਿ ਦੇਖ ਲਓ ਜਗਦੀਸ਼, ਪੁਰਾਣਾ ਕਵੀਰਾਜ ਅਤੇ ਪੁਰਾਣਾ ਲਾਂਗਰੀ ਗੁਰਨਾਮ, ਜਿੰਨੀ ਕੋਈ ਸੇਵਾ ਲੈਣੀ ਹੈ, ਕਿਸੇ ਨੂੰ ਸਤਿਗੁਰ ਕਿਵੇਂ ਲੈ ਆਉਂਦਾ ਹੈ ਅਤੇ ਕਿਸੇ ਨੂੰ ਕਿਵੇਂ। ਅਤੇ ਫਿਰ ਫਰਮਾਇਆ, ਡੇਰੇ ਸੱਚੇ ਸੌਦੇ ਸਰਸੇ ਦੀ ਗੱਲ ਕਰਦੇ ਹਾਂ। ਪੂਜਯ ਮਨੇਰ ਸਾਹਿਬ ਨੇ ਫਰਮਾਇਆ ਕਿ ਇੱਕ ਆਦਮੀ ਆਇਆ ਮਸਤਾਨਾ ਜੀ ਕੋਲ ਅਤੇ ਡੇਰੇ ਰਹਿਣ ਲਈ ਬਹੁਤ ਜ਼ਿੱਦ ਕਰੇ ਅਤੇ ਆਪਣੀ ਔਰਤ ਨੂੰ ਨਾਲ ਲੈ ਕੇ ਆਇਆ। ਤਾਂ ਪੂਜਯ ਮਸਤਾਨਾ ਜੀ ਬਾਹਰਲੀ ਕੱਚੀ ਸੜਕ 'ਤੇ ਖੜ੍ਹੇ ਸੀ ਅਤੇ ਦਿਨ ਦੇ 10 ਵਜੇ ਦਾ ਟਾਈਮ ਸੀ ਅਤੇ ਕਈ ਅਫਸਰ ਵੀ ਨਾਲ ਸੀ। ਤਾਂ ਮਸਤਾਨਾ ਜੀ ਕਹਿੰਦੇ, ਅਗਰ ਕੋਈ ਲੜਕਾ ਹੋਏ ਤਾਂ ਉਸਦੇ ਮਾਂ-ਬਾਪ ਨੂੰ ਪੁੱਛ ਕੇ ਰੱਖਦੇ ਹਾਂ, ਅਗਰ ਕੋਈ ਮਰਦ ਹੋਏ ਤਾਂ ਉਸਦੀ ਔਰਤ ਨੂੰ ਪੁੱਛ ਕੇ ਰੱਖਦੇ ਹਾਂ। ਤਾਂ ਮਸਤਾਨਾ ਜੀ ਉਸਦੀ ਔਰਤ ਨੂੰ ਕਹਿੰਦੇ, ਕਿਵੇਂ ਬੀਬੀ, ਇਸ ਨੂੰ ਰੱਖ ਲਈਏ, ਇਹ ਤਾਂ ਪ੍ਰੇਮ ਦਾ ਕੰਮ ਹੈ। ਉਹ ਕਹਿੰਦੀ, ਰੱਖ ਲਓ।
ਤਾਂ ਉਹ ਆਦਮੀ ਦੂਸਰੇ ਦਿਨ ਹੀ ਸਰਸੇ ਸ਼ਹਿਰ ਵਿੱਚ ਘੰਟਾ ਘਰ ਕੋਲ ਤੁਰਿਆ ਫਿਰਦਾ ਦੇਖਿਆ ਗਿਆ। ਤਾਂ ਫਿਰ ਫਰਮਾਇਆ ਕਿ ਬਿਨਾਂ ਨਸੀਬਾਂ ਤੋਂ ਡੇਰੇ ਵਿੱਚ ਰਹਿਣਾ ਬਹੁਤ ਹੀ ਮੁਸ਼ਕਲ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਫੇਰ ਆਪਣੇ ਪਿਆਰੇ ਮੁਰਸ਼ਦ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨਾਂ ਦਾ ਖਜ਼ਾਨਾ ਲੈ ਕੇ ਆਪ ਜੀ ਦੇ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਇਸ ਨਾਚੀਜ਼ ਨੂੰ ਇਜਾਜ਼ਤ ਦਿਓ ਅਤੇ ਨਾਲ ਹੀ ਮੇਰੀ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਹਾਜ਼ਰ ਨਾਜ਼ਰ ਜਿੰਦਾ ਰਾਮ ਤੇਰਾ ਹੀ ਆਸਰਾ ਕਬੂਲ ਫਰਮਾਓ।